ਹੈਲੋ ਸਾਰਿਆਂ ਦਾ ਸਾਡੇ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਦੇ ਆਨਲਾਈਨ ਪ੍ਰਮਾਣੀਕਰਨ ਕੋਰਸਾਂ ਵਿੱਚ ਸਵਾਗਤ ਹੈ। ਅਸੀਂ ਆਰਥੋਗ੍ਰਾਫਿਕ ਅਨੁਮਾਨਾਂ ਤੇ ਮਾਡਿਊਲ ਨੰਬਰ 3 ਲੈਕਚਰ 28 ਵਿੱਚ ਹਾਂ। ਆਖਰੀ ਕਲਾਸਾਂ ਵਿੱਚ ਸੰਖੇਪ ਵਜੋਂ ਇਹਨਾਂ ਅਨੁਮਾਨਾਂ ਨਾਲ ਸ਼ੁਰੂ ਕਰਨ ਲਈ ਅਸੀਂ ਪਹਿਲੇ ਕੋਣ ਅਨੁਮਾਨਾਂ ਅਤੇ ਤੀਜੇ ਕੋਣ ਅਨੁਮਾਨਾਂ ਬਾਰੇ ਕੁਝ ਸਿੱਖਿਆ ਹੈ। ਉੱਥੇ ਅਸੀਂ ਦ੍ਰਿਸ਼ ਜਿਵੇਂ ਕਿ ਸਾਹਮਣੇ ਦਾ ਦ੍ਰਿਸ਼ ਅਤੇ ਸਿਖਰ ਦਾ ਦ੍ਰਿਸ਼, ਸਾਈਡ ਦਾ ਦ੍ਰਿਸ਼ ਬਾਰੇ ਸਿੱਖਿਆ ਹੈ। ਉਦਾਹਰਨ ਲਈ ਇੱਥੇ ਸਾਡੇ ਕੋਲ ਇੱਕ 3-ਅਯਾਮੀ ਵਸਤੂ ਹੈ ਅਤੇ ਇਸ 3-ਅਯਾਮੀ ਵਸਤੂ ਨੂੰ ਅਸੀਂ ਵੱਖ-ਵੱਖ ਦ੍ਰਿਸ਼ਟੀਕੋਣਾਂ ਵਿੱਚ ਲੱਭਣਾ ਚਾਹੁੰਦੇ ਹਾਂ। ਉਹਨਾਂ ਵਿੱਚੋਂ ਇੱਕ ਇਸ ਦਿਸ਼ਾ ਵਿੱਚ ਹੈ, ਦੂਜਾ ਇਸ ਦਿਸ਼ਾ ਤੋਂ ਹੈ ਅਤੇ ਇੱਕ ਹੋਰ ਇਸ ਦਿਸ਼ਾ ਤੋਂ ਹੈ। ਜਦੋਂ ਅਸੀਂ ਇਸ ਦਿਸ਼ਾ ਤੋਂ ਨਿਰੀਖਣ ਕਰ ਰਹੇ ਹਾਂ ਤਾਂ ਅਨੁਮਾਨਿਤ ਹਿੱਸਾ ਇਹ ਲਾਈਨ ਅਤੇ ਇਹ ਲਾਈਨ ਹੈ ਅਤੇ ਇਸ ਧੁੰਦਲੇ ਸਮਤਲ ਉੱਤੇ ਇੱਕ ਹੋਰ ਲਾਈਨ ਪ੍ਰੋਜੈਕਟਰ ਹੈ। ਇਸੇ ਤਰ੍ਹਾਂ ਅਸੀਂ ਇਹ ਲਾਈਨ ਵੇਖਾਂਗੇ ਅਤੇ ਇਹ ਲਾਈਨ ਅਸੀਂ ਵੇਖਾਂਗੇ ਅਤੇ ਇਸ ਲਾਈਨ ਨੂੰ ਅਸੀਂ ਇਸ ਲਾਈਨ ਦੇ ਲੰਬਕਾਰੀ ਪ੍ਰੋਜੈਕਸ਼ਨ ਵਾਂਗ ਵੇਖਾਂਗੇ ਤਾਂ ਇਹ ਪੂਰੀ ਲਾਈਨ ਲੰਬਕਾਰੀ ਸਮਤਲ ਵਿੱਚ ਪੇਸ਼ ਕੀਤੀ ਗਈ। ਦੁਬਾਰਾ ਇਸ ਵਿੱਚ ਨੂੰ ਲੰਬਕਾਰੀ ਇੱਕ ਅਤੇ ਇਸ ਖਿਤਿਜੀ ਰੇਖਾ ਅਤੇ ਇਹ ਲੇਟਵਾਂ ਲਾਈਨ ਉੱਤੇ ਪ੍ਰੋਜੈਕਟ ਕੀਤਾ ਜਾਵੇਗਾ ਤਾਂ ਅਸੀਂ ਵੇਖਾਂਗੇ ਕਿ ਜੇਕਰ ਅਸੀਂ ਇਹਨਾਂ ਬਕਸਿਆਂ ਦੀ ਤੁਲਨਾ ਕਰ ਰਹੇ ਹਾਂ, ਇਹ ਹਿੱਸਾ ਇਸੇ ਲਾਈਨ ਦੇ ਇੱਕ ਹਿੱਸੇ ਨਾਲ ਮੇਲ ਖਾਂਦਾ ਹੈ ਅਤੇ B ਹਿੱਸਾ ਇਸ ਹਿੱਸੇ ਦਾ B ਹਿੱਸਾ ਹੈ ਅਤੇ C ਅਨੁਮਾਨਿਤ ਸੰਸਕਰਣ ਹੈ। ਇਸ ਲਈ ਅਸੀਂ ਉਸ ਸਮਤਲ ਉੱਤੇ ਜੋ ਵੀ ਵੱਡਾ ਆਇਤਕਾਰ ਪ੍ਰੋਜੈਕਟ ਕੀਤਾ ਗਿਆ ਹੈ ਉਸ ਨੂੰ C' ਦੇ ਰੂਪ ਵਿੱਚ ਵੇਖਾਂਗੇ। ਇਸੇ ਤਰ੍ਹਾਂ ਆਓ ਅਸੀਂ ਹੋਰ ਦ੍ਰਿਸ਼ਾਂ ਨੂੰ ਵੇਖੀਏ। ਉਦਾਹਰਨ ਲਈ ਜੇਕਰ ਅਸੀਂ ਇਸ ਪੂਰੇ ਹਿੱਸੇ ਨੂੰ ਉੱਪਰਲੇ ਦ੍ਰਿਸ਼ ਤੋਂ ਦੇਖ ਰਹੇ ਹਾਂ ਤਾਂ ਅਸੀਂ ਇਸ ਨੂੰ ਦੇਖਣ ਦੀ ਸਥਿਤੀ ਵਿੱਚ ਹੋਵਾਂਗੇ ਕਿਉਂਕਿ ਇਹ ਇੱਕ ਆਇਤ ਵਾਂਗ ਹੈ। ਅਤੇ ਇਹ ਝੁਕਣ ਵਾਲਾ ਹਿੱਸਾ ਅਸੀਂ ਪ੍ਰੋਜੈਕਟਡ ਸੰਸਕਰਣ ਦੇ ਰੂਪ ਵਿੱਚ ਦੇਖਾਂਗੇ। ਤਾਂ ਇਹ ਸਾਹਮਣੇ ਦਾ ਦ੍ਰਿਸ਼ ਹੈ, ਇਹ ਸਿਖਰ ਦਾ ਦ੍ਰਿਸ਼ ਹੈ ਅਤੇ ਸਾਈਡ ਦਾ ਦ੍ਰਿਸ਼ ਇਹ ਹੈ। ਇਸ ਲਈ ਸਾਈਡ ਦ੍ਰਿਸ਼ ਲਈ ਅਸੀਂ ਇਸ ਦਿਸ਼ਾ ਤੋਂ ਖੱਬੇ ਤੋਂ ਸੱਜੇ ਦੇਖ ਰਹੇ ਹਾਂ। ਅਸੀਂ ਇਸ ਨੂੰ ਦੇਖ ਰਹੇ ਹਾਂ। ਇਸ ਲਈ ਜੋ ਦ੍ਰਿਸ਼ ਅਸੀਂ ਦੇਖਾਂਗੇ ਉਹ ਹੈ। ਸਾਨੂੰ ਕਿਸੇ ਹੋਰ ਰੰਗ ਦੀ ਵਰਤੋਂ ਕਰਨ ਦਿਓ। ਇਹ ਲੰਬਕਾਰੀ ਲਾਈਨ ਅਤੇ ਇਹ ਇੱਕ ਜੋ ਇਸ ਲਾਈਨ ਨਾਲ ਮੈਪ ਕੀਤੀ ਗਈ ਹੈ, ਇਹ ਉਹ ਹਿੱਸੇ ਹਨ ਜੋ ਅਸੀਂ ਦੇਖਾਂਗੇ। ਇਸ ਲਈ ਪਹਿਲਾ ਹਿੱਸਾ ਇਸ ਪੂਰੇ ਹਿੱਸੇ ਨੂੰ ਆਇਤਕਾਰ ਹੋਵੇਗਾ। ਅਸੀਂ ਇਸ ਨੂੰ ਇੱਥੇ ਇੱਕ ਟ੍ਰੈਪੀਜ਼ੀਅਮ ਵਾਂਗ ਦੇਖਾਂਗੇ। ਜੇਕਰ ਅਸੀਂ ਇਹਨਾਂ ਸਾਰੇ ਦ੍ਰਿਸ਼ਾਂ ਨੂੰ ਇਕਸਾਰ ਕਰ ਰਹੇ ਹਾਂ, ਸ਼ਾਇਦ ਖੱਬੇ ਦਿਸ਼ਾ ਤੋਂ ਹੇਠਾਂ ਵੱਲ ਸਾਹਮਣੇ ਵਾਲੇ ਦ੍ਰਿਸ਼ ਦੇ ਉੱਪਰਲੇ ਦ੍ਰਿਸ਼ ਨੂੰ ਅਸੀਂ ਸੱਜੇ ਦਿਸ਼ਾ ਵੱਲ ਦੇਖ ਰਹੇ ਹਾਂ। ਇਸ ਲਈ ਖੱਬੇ ਪਾਸੇ ਦਾ ਦ੍ਰਿਸ਼ ਜੇਕਰ ਅਸੀਂ ਪ੍ਰਾਪਤ ਕਰ ਰਹੇ ਹਾਂ ਕਿ ਅਸੀਂ ਪਹਿਲੀ ਕੋਣ ਪ੍ਰੋਜੈਕਸ਼ਨ ਤਕਨੀਕ ਨੂੰ ਕਾਲ ਕਰਦੇ ਹਾਂ। ਤਾਂ ਇਹ ਉਹ ਚੀਜ਼ ਹੈ ਜੋ ਅਸੀਂ ਇਸ ਨੂੰ ਪ੍ਰਾਪਤ ਕਰਾਂਗੇ। ਪਿਛਲੀ ਕਲਾਸ ਵਿੱਚ ਮੈਂ ਤੁਹਾਨੂੰ ਇਸ 3-ਅਯਾਮੀ ਤਸਵੀਰ ਨੂੰ ਪ੍ਰੋਜੈਕਸ਼ਨਲ ਦ੍ਰਿਸ਼ਾਂ ਵਿੱਚ ਬਣਾਉਣ ਲਈ ਕਿਹਾ ਸੀ। ਸਾਡੇ ਕੋਲ ਇਸ ਕਿਸਮ ਦੀ ਪਿਨ ਕਿਸਮ ਦੀ ਬਣਤਰ ਹੈ। ਇਸ ਪਿਨ ਕਿਸਮ ਦੀ ਬਣਤਰ ਦਾ ਜਵਾਬ ਅਸੀਂ ਕੀ ਪ੍ਰਾਪਤ ਕਰਨ ਜਾ ਰਹੇ ਹਾਂ। ਇਹ ਪੂਰਾ ਹਿੱਸਾ, ਇਹ ਇੱਕ ਅਤੇ ਇਹ ਪੂਰਾ ਤਿਕੋਣਾ ਇੱਕ ਬਣ ਜਾਂਦਾ ਹੈ। ਅਸੀਂ ਇਸ ਨੂੰ ਇਸ ਤਰੀਕੇ ਨਾਲ ਦੇਖਾਂਗੇ ਕਿ ਉਸ ਤੇ ਇੱਕ ਡੈਸ਼ਡ ਲਾਈਨ ਹੈ
ਉਹ ਹਿੱਸਾ ਪਿਛਲੇ ਪਾਸੇ ਤੋਂ ਲੁਕਿਆ ਹੋਇਆ ਹੈ, ਇਸ ਲਈ ਜੇਕਰ ਅਸੀਂ ਸਾਹਮਣੇ ਤੋਂ ਦੇਖ ਰਹੇ ਹਾਂ ਇਸ ਸਲੋਟ ਵਿੱਚ, ਅਸੀਂ ਇਹ ਦੇਖਣ ਲਈ ਤੁਹਾਡੀ ਸਥਿਤੀ ਵਿੱਚ ਨਹੀਂ ਹੋਵਾਂਗੇ ਕਿ ਇਹ ਇੱਕ ਡੈਸ਼ ਲਾਈਨ ਦਾ ਕਾਰਨ ਹੈ। ਜੇਕਰ ਅਸੀਂ ਚੋਟੀ ਦੇ ਦ੍ਰਿਸ਼ ਤੋਂ ਦੇਖ ਰਹੇ ਹਾਂ ਤਾਂ ਇਸ ਦਾ ਪਹਿਲਾ ਕੋਣ ਪ੍ਰੋਜੈਕਸ਼ਨ ਹੈ ਜਿਸ ਨੂੰ ਅਸੀਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਚੋਟੀ ਦੇ ਅਨੁਮਾਨਿਤ ਇੱਕ ਤੋਂ ਸਾਹਮਣੇ ਵਾਲਾ ਦ੍ਰਿਸ਼ ਹੈ। ਚੋਟੀ ਦਾ ਦ੍ਰਿਸ਼, ਇਹ ਪੂਰਾ ਆਇਤਕਾਰ ਅਸੀਂ ਦੇਖਾਂਗੇ ਕਿ ਇਸ ਤਰ੍ਹਾਂ ਬਾਹਰ ਨਿਕਲਦਾ ਹੈ ਅਤੇ ਇਹ ਪੂਰੀ ਝੁਕਾਅ ਵਾਲੀਆਂ ਲਾਈਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਅਸੀਂ ਇਸ ਪੂਰੀ ਚੀਜ਼ ਨੂੰ ਇੱਕ ਲਾਈਨ ਦੇਖਦੇ ਹਾਂ ਅਤੇ ਇਹ ਅਸੀਂ ਮੱਧ ਤੇ ਦੇਖਾਂਗੇ। ਦੁਬਾਰਾ ਇਸ ਹਿੱਸੇ ਦਾ ਪਿਛਲਾ ਹਿੱਸਾ, ਇਸ ਪੂਰੇ ਹਿੱਸੇ ਨੂੰ ਅਸੀਂ ਇੱਕ ਹੋਰ ਲਾਈਨ ਦੇ ਰੂਪ ਵਿੱਚ ਵੇਖਾਂਗੇ ਜੋ ਕਿ ਇਹ ਹਿੱਸਾ ਹੈ। ਅਸੀਂ ਇਸ ਨੂੰ ਲੰਬਕਾਰੀ ਵਾਂਗ ਵੇਖਾਂਗੇ ਜਿਵੇਂ ਕਿ ਪਿਛਲੇ ਪਾਸੇ ਜੋ ਵੀ ਉਹ ਲੰਬਕਾਰੀ ਹਿੱਸਾ ਹੈ। ਇਸ ਪੂਰੇ ਹਿੱਸੇ ਨੂੰ ਅਸੀਂ ਦੁਬਾਰਾ ਇਸ ਤਰ੍ਹਾਂ ਦੇਖਾਂਗੇ ਅਤੇ ਇਸ ਹਿੱਸੇ ਨੂੰ ਅਸੀਂ ਇਸ ਤਰ੍ਹਾਂ ਦੇਖਾਂਗੇ ਅਤੇ ਇਸ ਹਿੱਸੇ ਨੂੰ ਅਸੀਂ ਇਸ ਤਰ੍ਹਾਂ ਦੇਖਾਂਗੇ ਅਤੇ ਇਹ ਪੂਰੀ ਲਾਈਨ ਅਸੀਂ ਇਸ ਤਰ੍ਹਾਂ ਦੇਖਾਂਗੇ ਅਤੇ ਪਿਛਲਾ ਪਾਸਾ ਉਸ ਦੇ ਸਮਾਨਾਂਤਰ। ਸ਼ਾਇਦ ਜੇ ਇਹ ਲਾਈਨ ਦੁਬਾਰਾ ਹੈ ਤਾਂ ਅਸੀਂ ਇਸ ਨੂੰ ਇਸ ਤਰੀਕੇ ਨਾਲ ਵੇਖਾਂਗੇ ਜਿਵੇਂ ਅਸੀਂ ਇਹਨਾਂ ਦ੍ਰਿਸ਼ਾਂ ਨੂੰ ਦੇਖਦੇ ਹਾਂ ਅਤੇ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹ ਖੱਬੇ ਦਿਸ਼ਾ ਤੋਂ ਕੁਝ ਅਜਿਹਾ ਹੈ ਤਾਂ ਅਸੀਂ ਸੱਜੇ ਪਾਸੇ ਦੇ ਖੜਵੇਂ ਸਮਤਲ ਉੱਤੇ ਸੱਜੇ ਪਾਸੇ ਨੂੰ ਦੇਖਣਾ ਚਾਹੁੰਦੇ ਹਾਂ। ਸਾਨੂੰ ਇਹਨਾਂ ਬਿੰਦੂਆਂ ਨੂੰ ਪ੍ਰੋਜੈਕਟ ਕਰਨਾ ਹੋਵੇਗਾ ਅਤੇ ਇਸ ਤਰ੍ਹਾਂ ਦੇ ਹੋਰ। ਜੇਕਰ ਅਸੀਂ ਇਹਨਾਂ ਲਾਈਨਾਂ ਦੇ ਸਮਾਨਾਂਤਰ ਕਰਦੇ ਹਾਂ ਤਾਂ ਅਸੀਂ ਇਸ ਲੰਬਾਈ ਨੂੰ ਬਣਾਉਣ ਜਾ ਰਹੇ ਹਾਂ ਜੋ ਵੀ ਲੰਬਾਈ ਹੈ ਸਾਡੇ ਕੋਲ ਇੱਥੇ ਉਹ ਲੰਬਾਈ ਹੈ ਅਤੇ ਇੱਥੇ ਇੱਕ ਉਚਾਈ ਹੈ ਜੋ ਅਸੀਂ ਇੱਥੇ ਦੇਖਣ ਜਾ ਰਹੇ ਹਾਂ। ਇਸ ਲਈ ਇਹ ਉਹ ਲਾਈਨ ਹੈ। ਆਓ ਅਸੀਂ ਇਸ ਹਿੱਸੇ ਨੂੰ ਹੋਰ ਰੰਗ ਦੀ ਵਰਤੋਂ ਕਰੀਏ। ਅਸੀਂ ਇਸ ਨੂੰ ਇਸ ਤਰੀਕੇ ਨਾਲ ਦੇਖਾਂਗੇ ਅਤੇ ਉੱਥੇ ਇੱਕ ਮੱਧ ਰੇਖਾ ਹੋਵੇਗੀ, ਇਸ ਲਈ ਉੱਥੋਂ ਇਹ ਮੱਧ ਰੇਖਾ ਹੈ। ਇਹ ਇੱਕ ਪੂਰਾ ਝੁਕਾਅ ਹੈ ਜੋ ਲੰਬਕਾਰੀ ਸਮਤਲ ਉੱਤੇ ਪ੍ਰੋਜੈਕਟ ਕੀਤਾ ਗਿਆ ਹੈ ਜੋ ਇੱਥੇ ਸਾਰੇ ਤਰੀਕੇ ਨਾਲ ਉੱਪਰ ਜਾਂਦਾ ਹੈ। ਇਸੇ ਤਰ੍ਹਾਂ ਇਹ ਇੱਕ ਇੱਥੇ ਸਾਰੇ ਤਰੀਕੇ ਨਾਲ ਇਹ ਦੂਰੀ ਬਰਾਬਰ ਹੋਵੇਗੀ ਕਿ ਸਾਨੂੰ ਲੰਬਕਾਰੀ ਰੇਖਾ ਮਿਲੇਗੀ ਅਤੇ ਇਹ ਇੱਕ ਇਸ ਪੱਧਰ ਤੱਕ ਇੱਕ ਪਿੰਨ ਵਾਂਗ ਹੈ ਕਿਉਂਕਿ ਇੱਥੇ ਅਸੀਂ ਇਸ ਸਲੋਟ ਨੂੰ ਵੇਖਣ ਦੀ ਸਥਿਤੀ ਵਿੱਚ ਹੋਵਾਂਗੇ ਅਤੇ ਇਸ ਤਰ੍ਹਾਂ ਹੋਰ। ਅਤੇ ਜੇਕਰ ਅਸੀਂ ਇਸ ਹਿੱਸੇ ਨੂੰ ਮਿਟਾ ਰਹੇ ਹਾਂ ਤਾਂ ਆਓ ਅਸੀਂ ਦੁਬਾਰਾ ਦਿਖਾਉਂਦੇ ਹਾਂ। ਕਿ ਇਹ ਉਹ ਦ੍ਰਿਸ਼ਟੀਕੋਣ ਹੈ ਜੋ ਸਾਨੂੰ ਪ੍ਰਾਪਤ ਕਰਨਾ ਚਾਹੀਦਾ ਸੀ। ਆਓ ਅਸੀਂ ਉਸ ਉਦਾਹਰਣ ਤੇ ਕੰਮ ਕਰਨ ਤੋਂ ਬਾਅਦ ਅਗਲੇ ਹਿੱਸੇ ਵੱਲ ਵਧੀਏ। ਆਓ ਅਸੀਂ ਇੱਕ ਆਮ ਆਟੋਮੋਬਾਈਲ ਕਾਰ ਲਈ ਪਹਿਲੇ ਅਤੇ ਤੀਜੇ ਕੋਣ ਦੇ ਅਨੁਮਾਨਾਂ ਵਿੱਚ ਅੰਤਰ ਨੂੰ ਜਲਦੀ ਵੇਖੀਏ। ਆਓ ਵਿਚਾਰ ਕਰੀਏ ਕਿ ਇੱਕ ਆਟੋਮੋਬਾਈਲ ਕਾਰ ਹੈ ਜਿਸ ਵਿੱਚ ਕੁਝ ਪਹੀਏ ਹਨ ਜਿਵੇਂ ਕਿ ਬੋਨਟ ਅਤੇ ਬੂਟ ਸਪੇਸ ਆਦਿ। ਇਹ ਉਹ ਕਾਰ ਹੈ ਜਿਸ ਨੂੰ ਅਸੀਂ ਅਨੁਮਾਨਾਂ ਦੇ ਨਾਲ ਦੇਖਣਾ ਚਾਹੁੰਦੇ ਹਾਂ ਕਿਉਂਕਿ ਅਨੁਮਾਨ ਉਹ ਹਨ ਜੋ ਤੁਹਾਨੂੰ ਕਿੰਨੇ ਮਿਲੀਮੀਟਰ ਕਿੰਨੇ ਸੈਂਟੀਮੀਟਰ ਦੇ ਰੂਪ ਵਿੱਚ ਸਹੀ ਲੰਬਾਈ ਦਿੰਦੇ ਹਨ ਅਤੇ ਇਸ ਤਰ੍ਹਾਂ ਜਿਸ ਤੇ ਅਸੀਂ ਤੁਰੰਤ ਇਸ ਨੂੰ 3 ਆਯਾਮੀ ਤੋਂ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਕੁਝ ਅਸਪਸ਼ਟ ਹੋ ਜਾਵੇਗਾ।
ਇਸ ਲਈ ਅਨੁਮਾਨਾਂ ਤੋਂ ਸਭ ਤੋਂ ਪਹਿਲਾਂ ਸਾਨੂੰ ਇਹ ਪਛਾਣਨਾ ਪਵੇਗਾ ਕਿ ਕਿਹੜਾ ਪਹਿਲਾ ਕੋਣ ਪ੍ਰੋਜੈਕਸ਼ਨ ਹੈ ਅਤੇ ਤੀਜਾ ਕੋਣ ਪ੍ਰੋਜੈਕਸ਼ਨ ਹੈ। ਉਸ ਉਦਾਹਰਨ ਲਈ ਅਸੀਂ ਇਸ ਆਟੋਮੋਬਾਈਲ ਕਾਰ ਨੂੰ ਚੁਣ ਰਹੇ ਹਾਂ ਅਤੇ ਸਾਹਮਣੇ ਵਾਲਾ ਦ੍ਰਿਸ਼ ਅਸੀਂ ਇਸ ਦਿਸ਼ਾ ਵਿੱਚ ਦੇਖਣਾ ਚਾਹੁੰਦੇ ਹਾਂ। ਸ਼ਾਇਦ ਸਾਈਡ ਦਾ ਦ੍ਰਿਸ਼ ਉਹ ਹੋਵੇਗਾ ਅਤੇ ਉੱਪਰਲਾ ਦ੍ਰਿਸ਼ ਉਹ ਹੋਵੇਗਾ। ਅਤੇ ਹੇਠਾਂ ਤੋਂ ਜੇਕਰ ਅਸੀਂ ਇਹ ਦੇਖ ਰਹੇ ਹਾਂ ਕਿ ਹੇਠਾਂ ਕੀ ਹੈ, ਇਹ ਉਹ ਦ੍ਰਿਸ਼ ਹਨ ਜੋ ਅਸੀਂ ਹੁਣ ਇਸ ਨੂੰ ਬਣਾਉਣ ਜਾ ਰਹੇ ਹਾਂ। ਤਾਂ ਆਓ ਸਭ ਤੋਂ ਪਹਿਲਾਂ ਇਸ ਦਿਸ਼ਾ ਤੋਂ ਕਾਰ ਦੇ ਉੱਪਰਲੇ ਦ੍ਰਿਸ਼ ਨੂੰ ਦੇਖੀਏ। ਸਾਨੂੰ ਕਾਰ ਦੇ ਉੱਪਰਲੇ ਦ੍ਰਿਸ਼ ਨੂੰ ਦੇਖਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਅਸੀਂ ਕਿਸੇ ਵੀ ਪਹੀਏ ਨੂੰ ਤੁਰੰਤ ਨਹੀਂ ਦੇਖ ਸਕਦੇ ਹਾਂ। ਅਸੀਂ ਸਿੱਧੇ ਤੌਰ ਤੇ ਉਸ ਹਿੱਸੇ ਦੇ ਅੰਦਰ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਦੇਖ ਸਕਦੇ ਜੋ ਅਸੀਂ ਦੇਖਾਂਗੇ। ਉਸ ਆਕਾਰ ਦੀ ਕਾਰ ਦਾ ਉੱਪਰਲਾ ਹਿੱਸਾ ਜਿਸ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ। ਇਸ ਲਈ ਆਓ ਅਸੀਂ ਉਹਨਾਂ ਭਾਗਾਂ ਨੂੰ ਵੇਖੀਏ। ਤਾਂ ਉੱਪਰਲੇ ਹਿੱਸੇ ਨੂੰ ਜੇਕਰ ਅਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਲਾਈਟਾਂ ਹਨ, ਕੁਝ ਇਸ ਤਰ੍ਹਾਂ ਦੇ ਇਸ ਪੂਰੇ ਵਕਰ ਕਿਸਮ ਦੇ ਹਿੱਸੇ ਨੂੰ ਅਸੀਂ ਵੇਖਾਂਗੇ ਬੋਨਟ ਅਤੇ ਇਹ ਸਿਖਰਲਾ ਹਿੱਸਾ ਕਾਰ ਦਾ ਇਹ ਸਿਖਰਲਾ ਹਿੱਸਾ ਹੈ। ਵਿੰਡਸ਼ੀਲਡ ਜੋ ਵੀ ਅਸੀਂ ਉੱਪਰਲੇ ਪਾਸੇ ਤੋਂ ਦੇਖ ਰਹੇ ਹਾਂ, ਉਸ ਵਿੰਡਸ਼ੀਲਡ ਨੂੰ ਅਸੀਂ ਇੱਥੇ ਵੇਖਣ ਜਾ ਰਹੇ ਹਾਂ। ਬੈਕਸਾਈਡ ਵਾਈਪਰ ਅਤੇ ਹੋਰ ਚੀਜ਼ਾਂ ਜੋ ਅਸੀਂ ਇਸ ਨੂੰ ਇੱਥੇ ਦੇਖਾਂਗੇ। ਇਸੇ ਤਰ੍ਹਾਂ ਬੰਪਰ ਭਾਗ ਅਤੇ ਹੋਰ ਸਮੱਗਰੀ ਇੱਥੇ ਅਸੀਂ ਉੱਪਰਲੇ ਦ੍ਰਿਸ਼ ਤੋਂ ਦੇਖਾਂਗੇ। ਕਿਉਂਕਿ ਇਹ ਪਹਿਲਾ ਕੋਣ ਪ੍ਰੋਜੈਕਸ਼ਨ ਹੈ। ਜਦੋਂ ਤੁਸੀਂ ਉੱਪਰ ਤੋਂ ਦੇਖ ਰਹੇ ਹੋ ਤਾਂ ਪ੍ਰੋਜੈਕਸ਼ਨ ਹੇਠਲੇ ਪੱਧਰ ਤੇ ਆਉਂਦਾ ਹੈ। ਇਸ ਲਈ ਜੇਕਰ ਮੈਂ ਇਸ ਨੂੰ ਸਾਹਮਣੇ ਦੇ ਦ੍ਰਿਸ਼ ਦੇ ਰੂਪ ਵਿੱਚ ਬਣਾ ਰਿਹਾ ਹਾਂ ਤਾਂ ਇਹ ਸਭ ਤੋਂ ਉੱਪਰ ਵਾਲਾ ਦ੍ਰਿਸ਼ ਹੋਵੇਗਾ। ਜੇਕਰ ਅਸੀਂ ਖੱਬੇ ਦਿਸ਼ਾ ਤੋਂ ਸੱਜੇ ਦਿਸ਼ਾ ਵੱਲ ਵੇਖ ਰਹੇ ਹਾਂ ਤਾਂ ਅਸੀਂ ਇੱਕ ਪਾਸੇ ਦੇ ਦ੍ਰਿਸ਼ ਨੂੰ ਦੇਖਦੇ ਹਾਂ। ਜੋ ਵੀ ਅਨੁਮਾਨ ਅਸੀਂ ਉਸ ਜਹਾਜ਼ ਤੇ ਚੜ੍ਹਨ ਜਾ ਰਹੇ ਹਾਂ, ਜੇਕਰ ਮੈਂ ਉਸ ਸਮਤਲ ਨੂੰ ਇਸ ਤਰ੍ਹਾਂ ਫਲਿਪ ਕਰਦਾ ਹਾਂ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ, ਤਾਂ ਅਸੀਂ ਇਹਨਾਂ ਲਾਈਟਾਂ ਨੂੰ ਦੇਖਣ ਦੀ ਸਥਿਤੀ ਵਿੱਚ ਹੋਵਾਂਗੇ। ਸ਼ਾਇਦ ਸੀਟ ਵਿਵਸਥਾ, ਸਟੀਅਰਿੰਗ ਅਤੇ ਹੋਰ ਚੀਜ਼ਾਂ। ਅਤੇ ਇਸ ਟਾਇਰਾਂ ਦਾ ਕੁਝ ਹਿੱਸਾ ਵੀ ਦਿਖਾਈ ਦੇਵੇਗਾ। ਤਾਂ ਜੋ ਟਾਇਰਾਂ ਦਾ ਕੁਝ ਹਿੱਸਾ ਨੇਮ ਪਲੇਟ ਅਤੇ ਇਸ ਤਰ੍ਹਾਂ ਹੀ ਹੋਵੇ। ਕਿਉਂਕਿ ਇਹ ਆਮ ਤੌਰ ਤੇ ਖੱਬੇ ਪਾਸੇ ਦੀ ਤਰ੍ਹਾਂ ਪਹਿਲਾ ਕੋਣ ਪ੍ਰੋਜੈਕਸ਼ਨ ਹੈ, ਜੇਕਰ ਤੁਸੀਂ ਦੇਖ ਰਹੇ ਹੋ ਤਾਂ ਇਹ ਸੱਜੇ ਪਾਸੇ ਆਉਂਦਾ ਹੈ। ਇਸ ਲਈ ਜ਼ਰੂਰੀ ਹਿੱਸੇ ਅਨੁਮਾਨ ਹਨ। ਪਹਿਲੀ ਚੀਜ਼ ਜੋ ਤੁਹਾਨੂੰ ਸਾਹਮਣੇ ਦੇ ਦ੍ਰਿਸ਼ ਦੇ ਸਿਖਰ ਦ੍ਰਿਸ਼ ਅਤੇ ਖੱਬੇ ਪਾਸੇ ਦੇ ਦ੍ਰਿਸ਼ ਨੂੰ ਵੇਖਣਾ ਹੈ, ਉਹ 90 ਡਿਗਰੀ ਚੀਜ਼ ਬਣਾਉਂਦੇ ਹਨ। ਦੂਸਰੀ ਗੱਲ, ਜੇਕਰ ਅਸੀਂ ਇਹਨਾਂ ਰੇਖਾਵਾਂ ਨੂੰ ਜੋੜ ਰਹੇ ਹਾਂ ਤਾਂ ਉਹਨਾਂ ਦਾ ਮੇਲ ਖਾਂਦਾ ਹੈ ਪ੍ਰੋਜੈਕਸ਼ਨ ਹੈ। ਇਸ ਲਈ ਹਰੇਕ ਬਿੰਦੂ ਨੂੰ ਉਸ ਉੱਤੇ ਪ੍ਰੋਜੈਕਟ ਕੀਤਾ ਜਾਣਾ ਚਾਹੀਦਾ ਹੈ। ਉਸੇ ਤਰ੍ਹਾਂ ਜੇਕਰ ਅਸੀਂ ਖਿੱਚਣ ਜਾ ਰਹੇ ਹਾਂ ਤਾਂ ਬਹੁਤ ਜ਼ਿਆਦਾ ਟੈਂਜੈਂਟ ਇਸ ਰੇਖਾ ਨਾਲ ਮੇਲ ਖਾਂਦਾ ਹੈ। ਇਸੇ ਤਰ੍ਹਾਂ ਇਹ ਅਤੇ ਸਪਰਸ਼ ਵੀ ਇਸ ਰੇਖਾ ਨਾਲ ਮੇਲ ਖਾਂਦਾ ਹੈ ਉਸ ਪੱਧਰ ਤੇ। ਇਸ ਲਈ ਜੇਕਰ ਅਸੀਂ ਸੱਜੇ ਪਾਸੇ ਤੋਂ ਖੱਬੇ ਪਾਸੇ ਵੱਲ ਦੇਖ ਰਹੇ ਹਾਂ ਤਾਂ ਤੁਹਾਡਾ ਪੂਰਾ ਦ੍ਰਿਸ਼ ਇਹਨਾਂ ਰੇਖਾਵਾਂ ਦੇ ਵਿਚਕਾਰ ਬੰਨ੍ਹਿਆ ਜਾਣਾ ਚਾਹੀਦਾ ਹੈ, ਜਿਸ ਨੂੰ ਅਸੀਂ ਇਸ ਦਿਸ਼ਾ ਤੋਂ ਇੱਕ ਸਮਤਲ ਵੱਲ ਸੱਜੇ ਪਾਸੇ ਦਾ ਦ੍ਰਿਸ਼ ਕਹਿੰਦੇ ਹਾਂ। ਸਾਨੂੰ ਇਸ ਲਈ ਜੋ ਵੀ ਚੀਜ਼ ਪ੍ਰਾਪਤ ਕਰਨੀ ਪਵੇਗੀ, ਜੇਕਰ ਅਸੀਂ ਇਸ ਪੂਰੀ ਚੀਜ਼ ਨੂੰ ਪ੍ਰੋਜੈਕਟ ਕਰਨ ਜਾ ਰਹੇ ਹਾਂ, ਕਿਉਂਕਿ ਇਹ ਹਿੱਸਾ ਦਿਖਾਈ ਦੇਵੇਗਾ, ਇਹ ਹਿੱਸਾ ਅਦਿੱਖ ਹੈ। ਆਓ ਮੈਂ ਤੁਹਾਨੂੰ ਇੱਕ ਵਾਰ ਫਿਰ ਇਸ ਸਮਤਲ ਤੇ ਦੱਸਾਂ। ਜਦੋਂ ਅਸੀਂ ਪ੍ਰੋਜੈਕਟ ਕਰ ਰਹੇ ਹਾਂ, ਅਸੀਂ ਕੀ ਦੇਖਾਂਗੇ? ਇਹ ਸ਼ੀਸ਼ਾ, ਸ਼ਾਇਦ ਜੇ ਇਹ ਪਾਰਦਰਸ਼ੀ ਸਟੀਅਰਿੰਗ ਹੈ ਜੋ ਅਸਲ ਵਿੱਚ ਦਿਖਾਈ ਦੇਵੇਗਾ। ਮੂਲ ਰੂਪ ਵਿੱਚ ਇਹ ਬੰਪਰ, ਇਹ ਟਾਇਰ, ਇਸ ਵਿੰਡਸ਼ੀਲਡ ਅਤੇ ਹੋਰ ਚੀਜ਼ਾਂ ਜੋ ਅਸੀਂ ਦੇਖਾਂਗੇ ਜੇਕਰ ਅਸੀਂ ਸੱਜੇ ਪਾਸੇ ਤੋਂ ਖੱਬੇ ਦਿਸ਼ਾ ਵੱਲ ਦੇਖ ਰਹੇ ਹਾਂ। ਤਾਂ ਇਹ ਪਿਛਲਾ ਹਿੱਸਾ ਹੈ। ਪਿਛਲੀ ਪਾਸੇ ਦੀਆਂ ਸੀਟਾਂ ਅਤੇ ਹੋਰ ਚੀਜ਼ਾਂ, ਸੰਕੇਤਕ ਲਾਈਟਾਂ ਅਤੇ ਹੋਰ ਚੀਜ਼ਾਂ। ਸਾਨੂੰ ਹੇਠਾਂ ਦੇ ਦ੍ਰਿਸ਼ ਨੂੰ ਵੇਖਦੇ ਹਨ।
ਇੱਕ ਕਾਰ ਲਈ ਜੇਕਰ ਅਸੀਂ ਹੇਠਾਂ ਵਾਲੇ ਪਾਸੇ ਤੋਂ ਦੇਖ ਰਹੇ ਹਾਂ, ਜੋ ਵੀ ਉੱਪਰ ਵੱਲ ਆਉਂਦਾ ਹੈ, ਜਿਸ ਨੂੰ ਅਸੀਂ ਕਾਰ ਦੇ ਹੇਠਲੇ ਪਾਸੇ ਦਾ ਦ੍ਰਿਸ਼ ਕਹਿੰਦੇ ਹਾਂ, ਜੋ ਇਸ ਸਾਹਮਣੇ ਵਾਲੇ ਦ੍ਰਿਸ਼ ਦੇ ਉੱਪਰਲੇ ਪਾਸੇ ਆਉਂਦਾ ਹੈ। ਇਸ ਲਈ ਜੇਕਰ ਅਸੀਂ ਹੇਠਾਂ ਵਾਲੇ ਪਾਸੇ ਤੋਂ ਪਹੀਆਂ ਦੇ ਸ਼ਾਫਟ, ਡਿਫਰੈਂਸ਼ੀਅਲ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖ ਰਹੇ ਹਾਂ ਤਾਂ ਅਸੀਂ ਦੇਖਾਂਗੇ ਕਿ ਐਕਰਮੈਨ ਵਿਧੀ ਅਤੇ ਹੋਰ ਚੀਜ਼ਾਂ। ਆਓ ਦੇਖੀਏ, ਤੀਜੇ ਕੋਣ ਪ੍ਰੋਜੈਕਸ਼ਨ ਪਹਿਲੇ ਕੋਣ ਪ੍ਰੋਜੈਕਸ਼ਨ ਤੋਂ ਕਿਵੇਂ ਵੱਖਰਾ ਹੈ। ਤੀਜੇ ਕੋਣ ਪ੍ਰੋਜੈਕਸ਼ਨ ਵਿੱਚ ਵਸਤੂ ਤੀਜੇ ਚਤੁਰਭੁਜ ਵਿੱਚ ਹੋਣੀ ਚਾਹੀਦੀ ਹੈ ਅਤੇ ਪਾਰਦਰਸ਼ੀ ਕੰਧਾਂ ਨਾਲ ਘਿਰਿਆ ਤੀਜਾ ਚਤੁਰਭੁਜ ਸਾਨੂੰ ਇਹਨਾਂ ਸਾਰੀਆਂ ਵਸਤੂਆਂ ਨੂੰ ਉਹਨਾਂ ਦੀਵਾਰਾਂ ਉੱਤੇ ਪ੍ਰੋਜੈਕਟ ਕਰਨਾ ਹੈ। ਧੁੰਦਲਾ ਅਤੇ ਪਾਰਦਰਸ਼ੀ ਕੰਧਾਂ, ਫਲਿਪ ਜੋ ਇਹਨਾਂ ਚੀਜ਼ਾਂ ਨੂੰ ਢੁਕਵੇਂ ਸਥਾਨਾਂ ਤੇ ਘੁਮਾਉਂਦੀਆਂ ਹਨ, ਫਿਰ ਸਾਡੇ ਕੋਲ ਇਹ ਪੂਰੀ ਤਸਵੀਰ ਤੀਜੇ ਕੋਣ ਪ੍ਰੋਜੈਕਸ਼ਨ ਤੇ ਹੋਵੇਗੀ। ਆਓ ਇਸ ਨੂੰ ਧਿਆਨ ਨਾਲ ਵੇਖੀਏ। ਪਹਿਲੇ ਕੋਣ ਪ੍ਰੋਜੈਕਸ਼ਨ ਵਿੱਚ ਸਾਹਮਣੇ ਦਾ ਦ੍ਰਿਸ਼ ਨਹੀਂ ਬਦਲ ਰਿਹਾ ਹੈ। ਆਓ ਅਸੀਂ ਦੋ ਰੰਗਾਂ ਦੀ ਵਰਤੋਂ ਕਰੀਏ ਤਾਂ ਜੋ ਇਹ ਸਾਡੇ ਲਈ ਪਹਿਲੇ ਕੋਣ ਪ੍ਰੋਜੈਕਸ਼ਨ ਲਈ ਸਪਸ਼ਟ ਹੋ ਸਕੇ। ਆਓ ਅਸੀਂ ਇਸ ਨੂੰ ਤੀਜੇ ਕੋਣ ਪ੍ਰੋਜੈਕਸ਼ਨ ਲਈ ਲਾਲ ਰੰਗ ਦੁਆਰਾ ਦਿਖਾਉਂਦੇ ਹਾਂ। ਆਓ ਇਸ ਨੂੰ ਕਾਲੇ ਰੰਗ ਦੁਆਰਾ ਦਿਖਾਉਂਦੇ ਹਾਂ। ਪਹਿਲੇ ਕੋਣ ਪ੍ਰੋਜੈਕਸ਼ਨ ਅਤੇ ਤੀਜੇ ਕੋਣ ਪ੍ਰੋਜੈਕਸ਼ਨ ਵਿੱਚ ਕੋਈ ਫਰਕ ਨਹੀਂ ਹੈ ਜਦੋਂ ਤੱਕ ਇੱਕ ਸਾਹਮਣੇ ਦਾ ਦ੍ਰਿਸ਼ ਦਾ ਸੰਬੰਧ ਹੈ। ਚੋਟੀ ਦੇ ਦ੍ਰਿਸ਼ ਨੂੰ ਅਸੀਂ ਸਿਖਰ ਤੋਂ ਦੇਖਦੇ ਹਾਂ। ਹੇਠਾਂ ਵਾਲੇ ਸਥਾਨ ਤੇ ਹੇਠਲੇ ਇੱਕ ਨੂੰ ਬਣਾਉਂਦੇ ਹਾਂ। ਕਹਿੰਦੇ ਹਨ ਕਿ ਪਹਿਲੇ ਕੋਣ ਪ੍ਰੋਜੈਕਸ਼ਨ ਲਈ ਇੱਕ ਚੋਟੀ ਦਾ ਦ੍ਰਿਸ਼। ਤੀਜੇ ਕੋਣ ਪ੍ਰੋਜੈਕਸ਼ਨ ਦੇ ਮਾਮਲੇ ਵਿੱਚ, ਜਦੋਂ ਤੁਸੀਂ ਉੱਪਰ ਤੋਂ ਦੇਖ ਰਹੇ ਹੋ ਤਾਂ ਇਹ ਤੀਜੇ ਚਤੁਰਭੁਜ ਵਿੱਚ ਚੋਟੀ ਦੇ ਪਲੇਨ ਉੱਤੇ ਪ੍ਰੋਜੈਕਟ ਕੀਤਾ ਜਾਵੇਗਾ। ਇਹ ਉੱਪਰਲੇ ਪੱਧਰ ਤੇ ਆਉਂਦਾ ਹੈ। ਇਸ ਲਈ ਇਹ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ ਜੋ ਤੁਹਾਡੇ ਕੋਲ ਕਾਰ ਦੇ ਉੱਪਰਲੇ ਪਾਸੇ ਤੀਜੇ ਕੁਆਡਰੈਂਟ ਵਿੱਚ ਹੈ ਅਤੇ ਤੁਹਾਡੇ ਕੋਲ ਜੋ ਵੀ ਪ੍ਰੋਜੈਕਸ਼ਨ ਹੈ, ਇਸ ਨੂੰ ਉਸ ਸ਼ੀਸ਼ੇ ਤੇ ਹੈ ਕਿ ਜੇਕਰ ਅਸੀਂ ਇਸ ਨੂੰ ਦੇਖ ਰਹੇ ਹਾਂ ਤਾਂ ਸਾਨੂੰ ਤੀਜਾ ਕੋਣ ਪ੍ਰੋਜੈਕਸ਼ਨ ਮਿਲੇਗਾ। ਇਸ ਲਈ ਤੁਹਾਡੀਆਂ ਕੰਧਾਂ ਤੁਹਾਡੇ ਪਾਸਿਓਂ ਅਪਾਰਦਰਸ਼ੀ ਵਸਤੂਆਂ ਦੇ ਸ਼ੀਸ਼ੇ ਹਨ, ਪਰ ਅੰਦਰੂਨੀ ਤੌਰ ਤੇ ਜੇ ਅਸੀਂ ਉਸ ਪ੍ਰੋਜੈਕਸ਼ਨ ਨੂੰ ਦੇਖ ਰਹੇ ਹਾਂ ਜੋ ਅਸੀਂ ਤੀਜੇ ਚਤੁਰਭੁਜ ਤੇ ਪ੍ਰਾਪਤ ਕਰ ਰਹੇ ਹਾਂ, ਜੇਕਰ ਅਸੀਂ ਇਸ ਨੂੰ ਫਲਿਪ ਕਰਦੇ ਹਾਂ ਤਾਂ ਦੇਖੋ ਕਿ ਸਾਨੂੰ ਉਹ ਪ੍ਰੋਜੈਕਸ਼ਨ ਪ੍ਰਾਪਤ ਹੋਵੇਗਾ। ਇਸ ਲਈ ਇਹ ਹੋਰ ਵੀ ਇਸ ਤਰ੍ਹਾਂ ਹੈ ਕਿ ਆਓ ਵਿਚਾਰ ਕਰੀਏ ਕਿ ਇਹ ਤੀਜਾ ਚਤੁਰਭੁਜ ਹੈ, ਜਿਸ ਦਾ ਮਤਲਬ ਹੈ ਕਿ ਸਾਡੇ ਕੋਲ ਇਹ ਕੰਧ ਪੂਰੀ ਤਰ੍ਹਾਂ ਚਲੀ ਜਾਂਦੀ ਹੈ ਅਤੇ ਤੁਹਾਡਾ ਪਹਿਲਾ ਚਤੁਰਭੁਜ ਇੱਥੇ ਹੈ। ਤੁਹਾਡਾ ਤੀਜਾ ਚਤੁਰਭੁਜ ਇੱਥੇ ਹੈ। ਸ਼ਾਇਦ ਤੁਹਾਡੀ ਕਾਰ ਕਿਧਰੇ ਸਥਿਤ ਹੈ। ਆਓ ਅਸੀਂ ਕਹਿੰਦੇ ਹਾਂ ਕਿ ਇਹ ਉੱਪਰ ਤੋਂ ਇੱਕ ਸ਼ੀਸ਼ਾ ਹੈ। ਤੁਸੀਂ ਇਸ ਨੂੰ ਨਹੀਂ ਦੇਖ ਸਕਦੇ, ਪਰ ਕਿਉਂਕਿ ਇਹ ਸ਼ੀਸ਼ਾ ਹੈ, ਇਸ ਆਬਜੈਕਟ ਨੇ ਜੋ ਵੀ ਸ਼ੀਸ਼ੇ ਨੂੰ ਪ੍ਰੋਜੈਕਟ ਕੀਤਾ ਹੈ, ਜੋ ਕੁਝ ਵੀ ਅਸੀਂ ਦੇਖਣ ਜਾ ਰਹੇ ਹਾਂ ਕਿ ਅਸੀਂ ਇਸ ਪੂਰੇ ਤੀਜੇ ਨੂੰ ਫਲਿਪ ਕਰਕੇ ਤੁਰੰਤ ਪ੍ਰਾਪਤ ਕਰ ਰਹੇ ਹਾਂ। ਤੀਜੇ ਨੂੰ ਖੋਲੋ, ਇਸ ਨੂੰ ਉੱਥੇ ਰੱਖੋ ਤਾਂ ਕਿ ਇਹ ਸ਼ੀਸ਼ੇ ਵਾਂਗ ਕੰਮ ਕਰੇ। ਇਸ ਲਈ ਤੁਹਾਡਾ ਸਿਖਰ ਦ੍ਰਿਸ਼ ਸਿੱਧਾ ਉੱਪਰਲੇ ਪਾਸੇ ਆਉਂਦਾ ਹੈ ਜੋ ਕਿ ਪਹਿਲੇ ਕੁਆਡਰੈਂਟ ਪ੍ਰੋਜੈਕਸ਼ਨ ਵਿੱਚ ਤੁਹਾਡੇ ਸਿਖਰ ਦ੍ਰਿਸ਼ ਦੇ ਸਮਾਨ ਹੈ। ਇਸ ਲਈ ਪਹਿਲੇ ਕੋਣ ਪ੍ਰੋਜੈਕਸ਼ਨ ਵਿੱਚ ਸਿਖਰ ਦ੍ਰਿਸ਼ ਤੀਜੇ ਕੋਣ ਪ੍ਰੋਜੈਕਸ਼ਨ ਵਿੱਚ ਹੇਠਾਂ ਆਉਂਦਾ ਹੈ। ਤੁਹਾਡਾ ਸਿਖਰ ਦ੍ਰਿਸ਼ ਸਿਖਰ ਪੱਧਰ ਤੇ ਜਾਂਦਾ ਹੈ। ਹੁਣ ਅਸੀਂ ਸਾਈਡ ਦੇ ਦ੍ਰਿਸ਼ ਨੂੰ ਵੇਖੀਏ। ਜੇਕਰ ਅਸੀਂ ਇਸ ਨੂੰ ਖੱਬੇ ਪਾਸੇ ਤੋਂ ਦੇਖਦੇ ਹਾਂ ਤਾਂ ਦ੍ਰਿਸ਼ ਸੱਜੇ ਪਾਸੇ ਪੇਸ਼ ਕੀਤਾ ਜਾਵੇਗਾ ਅਤੇ ਅਸੀਂ ਉਸ ਅਪਾਰਦਰਸ਼ੀ ਪਲੇਟ ਨੂੰ ਖੋਲਦੇ ਹਾਂ ਜੋ ਖੱਬੇ ਪਾਸੇ ਦੇ ਸ਼ੀਸ਼ੇ ਵਰਗੀ ਹੋਵੇਗੀ, ਕਿਉਂਕਿ ਇਹ ਸ਼ੀਸ਼ਾ ਹੈ। ਜੇਕਰ ਅਸੀਂ ਇਸ ਨੂੰ ਦੇਖ ਰਹੇ ਹਾਂ ਜੇਕਰ ਅਸੀਂ ਇਸ ਦਿਸ਼ਾ ਤੋਂ ਦੇਖ ਰਹੇ ਹਾਂ ਤਾਂ ਇਹ ਸਾਰੀ ਚੀਜ਼ ਸ਼ੀਸ਼ੇ ਵਾਂਗ ਕੰਮ ਕਰਦੀ ਹੈ। ਇਸ ਲਈ ਉਸ ਸ਼ੀਸ਼ੇ ਤੇ ਅੰਦਰੂਨੀ ਤੌਰ ਤੇ ਜੋ ਵੀ ਪ੍ਰੋਜੈਕਸ਼ਨ ਹੁੰਦਾ ਹੈ, ਜੇਕਰ ਜੋ ਵੀ ਆਉਂਦਾ ਹੈ ਮੈਂ ਉਸ ਨੂੰ ਫਲਿਪ ਕਰਦਾ ਹਾਂ, ਜਿਸ ਨੂੰ ਅਸੀਂ
ਤੀਜੇ ਐਂਗਲ ਪ੍ਰੋਜੈਕਸ਼ਨ ਵਿੱਚ ਸਾਈਡ ਵਿਊ ਦੇ ਤੌਰ ਤੇ ਕਾਲ ਕਰਾਂਗੇ। ਤਾਂ ਆਓ ਅਸੀਂ ਇੱਕ ਕਾਲੇ ਦੀ ਵਰਤੋਂ ਕਰੀਏ। ਇਸ ਲਈ ਤੁਹਾਡਾ ਖੱਬੇ ਪਾਸੇ ਦਾ ਦ੍ਰਿਸ਼ ਤੀਜੇ ਕੋਣ ਵਿੱਚ ਪਹਿਲੇ ਕੋਣ ਵਿੱਚ ਸੱਜੇ ਪਾਸੇ ਆਉਂਦਾ ਹੈ, ਇਹ ਸਿੱਧਾ ਖੱਬੇ ਪਾਸੇ ਆਉਂਦਾ ਹੈ। ਇਸੇ ਤਰ੍ਹਾਂ ਦੂਜੇ ਦ੍ਰਿਸ਼ਾਂ ਦਾ ਪਹਿਲਾ ਕੋਣ ਹੇਠਾਂ ਦਾ ਦ੍ਰਿਸ਼ ਸਿਖਰ ਤੇ ਜਾਂਦਾ ਹੈ। ਤੀਜੇ ਕੋਣ ਵਿੱਚ ਹੇਠਾਂ ਦਾ ਦ੍ਰਿਸ਼ ਪਹਿਲੇ ਕੋਣ ਵਿੱਚ ਹੇਠਾਂ ਆਉਂਦਾ ਹੈ, ਸੱਜੇ ਪਾਸੇ ਦਾ ਦ੍ਰਿਸ਼ ਜੋ ਖੱਬੇ ਪਾਸੇ ਆਉਂਦਾ ਹੈ। ਤੀਜੇ ਕੋਣ ਪ੍ਰੋਜੈਕਸ਼ਨ ਲਈ ਸੱਜੇ ਪਾਸੇ ਆਉਂਦਾ ਹੈ। ਇਸ ਲਈ ਸੱਜਾ ਸੱਜੇ ਪਾਸੇ ਆਵੇਗਾ, ਖੱਬਾ ਖੱਬੇ ਪਾਸੇ ਆਵੇਗਾ, ਉੱਪਰ ਵਾਲਾ ਖੱਬੇ ਪਾਸੇ ਆਵੇਗਾ, ਉੱਪਰ ਵਾਲਾ ਇੱਕ ਉੱਪਰਲੇ ਪਾਸੇ ਆਵੇਗਾ ਅਤੇ ਹੇਠਾਂ ਵਾਲਾ ਇੱਕ ਹੇਠਲੇ ਪਾਸੇ ਆਵੇਗਾ। ਜਿਵੇਂ ਕਿ ਬਹੁਤ ਸਾਰੇ ਸ਼ੀਸ਼ੇ ਉਸ ਸਤਹ ਨੂੰ ਬਣ ਰਹੇ ਹਨ ਅਤੇ ਤੁਸੀਂ ਉਹਨਾਂ ਸ਼ੀਸ਼ੇ ਖੋਲਦੇ ਹੋ ਜੋ ਵੀ ਤੁਸੀਂ ਪਹਿਲਾਂ ਤੋਂ ਪ੍ਰਾਪਤ ਕੀਤੇ ਅਨੁਮਾਨਾਂ ਨੂੰ ਖੋਲਦੇ ਹੋ। ਇਹ ਉਹ ਤਰੀਕਾ ਹੈ ਜਿਸ ਨੂੰ ਤੁਸੀਂ ਪ੍ਰਾਪਤ ਕਰਦੇ ਹੋ। ਆਓ ਅਸੀਂ ਕੁਝ ਹੋਰ ਅਨੁਮਾਨਾਂ ਦਾ ਅੰਦਾਜ਼ਾ ਲਗਾਉਂਦੇ ਹਾਂ। ਉਦਾਹਰਨ ਲਈ ਸਾਡੇ ਕੋਲ ਆਮ ਤੌਰ ਤੇ ਕਿਸੇ ਵੀ ਸ਼ਾਫਟ ਨੂੰ ਮੁਅੱਤਲ ਕਰਨ ਲਈ ਇਹ 3D ਕਿਸਮ ਦਾ ਸਟੈਂਡ ਹੁੰਦਾ ਹੈ। ਉਦਾਹਰਨ ਲਈ ਅਸੀਂ ਕੁਝ ਸ਼ਾਫਟ ਨੂੰ ਸਪੋਰਟ ਜਾਂ ਮਾਸਟ ਦੇ ਤੌਰ ਤੇ ਉਸ ਵਿੱਚੋਂ ਲੰਘਦੇ ਰੱਖਣਾ ਚਾਹੁੰਦੇ ਹਾਂ। ਇੱਕ ਖੰਭੇ ਵਰਗਾ ਕੁਝ ਜੋ ਅਸੀਂ ਚਾਹੁੰਦੇ ਹਾਂ। ਇਸ ਨੂੰ ਪਕੜੋ। ਇਸ ਮਕੈਨੀਕਲ ਤੱਤ ਵਾਲੇ ਮੋਰੀ ਨੂੰ ਖੋਦਣ ਦੀ ਬਜਾਏ ਜੋ ਇਸ ਪੱਧਰ ਤੇ ਇਸ ਨੂੰ ਬੋਲਟ ਕਰ ਸਕਦਾ ਹੈ। ਇਸ ਲਈ ਕੋਈ ਇਸ ਨੂੰ ਇਸ ਪੱਧਰ ਤੇ ਬੋਲਟ ਕਰ ਸਕਦਾ ਹੈ। ਕਿਸੇ ਕਿਸਮ ਦਾ ਝੁਕਾਅ ਹੋਣਾ ਅਤੇ ਇੱਕ ਅਸਲ ਵਿੱਚ ਕਰ ਸਕਦਾ ਹੈ। ਇੱਕ ਖੰਭੇ ਨੂੰ ਮੁਅੱਤਲ ਇਸ ਉਦੇਸ਼ ਲਈ ਅਸੀਂ ਇਸ ਕਿਸਮ ਦੀ ਵਸਤੂ ਦੀ ਵਰਤੋਂ ਕਰਦੇ ਹਾਂ। ਜੇਕਰ ਅਜਿਹਾ ਹੈ ਤਾਂ ਕੀ ਅਸੀਂ ਇਹਨਾਂ ਅਨੁਮਾਨਾਂ ਨੂੰ ਇਸ ਪਾਸੇ ਤੋਂ ਖਿੱਚ ਸਕਦੇ ਹਾਂ? ਕਿਉਂਕਿ ਸਾਡੀਆਂ ਪਰਿਭਾਸ਼ਾਵਾਂ ਜਿੱਥੇ ਵੀ ਤੀਰ ਹਨ ਉੱਥੇ ਸਾਹਮਣੇ ਵਾਲੇ ਦ੍ਰਿਸ਼ ਲਈ ਦਿਸ਼ਾ ਹੈ। ਇਹ ਪਹਿਲੀ ਗੱਲ ਹੈ। ਇਸ ਲਈ ਕਿਹੜੀਆਂ ਚੀਜ਼ਾਂ ਹਨ ਜੋ ਅਸੀਂ ਸਾਹਮਣੇ ਦੇ ਦ੍ਰਿਸ਼ ਤੋਂ ਉੱਪਰ ਦੇ ਦ੍ਰਿਸ਼ ਤੋਂ ਦੇਖਾਂਗੇ ਅਤੇ ਪਾਸੇ ਦੇ ਦ੍ਰਿਸ਼ ਤੋਂ? ਇਸ ਬਾਰੇ ਸੋਚਦੇ ਹਾਂ, ਠੀਕ ਹੈ। ਆਓ ਅਸੀਂ ਇਸ ਨੂੰ ਸਾਹਮਣੇ ਵਾਲੇ ਦ੍ਰਿਸ਼ ਤੇ ਕੰਮ ਕਰੀਏ। ਇਸ ਲਈ ਜੇਕਰ ਅਸੀਂ ਦੇਖ ਰਹੇ ਹਾਂ ਇਸ ਦਿਸ਼ਾ ਵਿੱਚ, ਇਹ ਹਿੱਸਾ ਪੂਰੀ ਤਰ੍ਹਾਂ ਦਿਖਾਈ ਦੇਵੇਗਾ। ਇਸ ਲਈ ਉਹ ਹਿੱਸਾ ਉਹ ਹੋਵੇਗਾ। ਇੱਥੇ ਇੱਕ ਗੋਲ ਮੋਰੀ ਹੈ ਜੋ ਅਸੀਂ ਇਸ ਨੂੰ ਨਹੀਂ ਦੇਖ ਸਕਦੇ। ਇਸ ਲਈ ਇੱਥੇ ਕਾਰਨ ਹੈ ਕਿ ਡੈਸ਼ ਲਾਈਨਾਂ ਜੋ ਵਿਆਸ ਨਾਲ ਬੰਨੀਆਂ ਹੋਣਗੀਆਂ ਤਾਂ ਜੋ ਡੈਸ਼ਡ ਲਾਈਨਾਂ ਇਸ ਦਾ ਜ਼ਿਕਰ ਕਰਦੀਆਂ ਹਨ, ਇਹ ਇੱਕ ਚੱਕਰ ਹੈ। ਇਸ ਲਈ ਸਾਡੇ ਕੋਲ ਇੱਕ ਧੁਰਾ ਹੈ ਤਾਂ ਜੋ ਧੁਰਾ ਡੈਸ਼ ਡੋਟ ਲਾਈਨ ਹੋਵੇ ਅਤੇ ਇਹ ਬੇਸਲਾਈਨ ਦੂਜੀ ਹੈ। ਇਸ ਹਿੱਸੇ ਨੂੰ ਅਸੀਂ ਵੇਖਾਂਗੇ ਅਤੇ ਅੱਗੇ ਇਹ ਝੁਕਾਅ ਰੇਖਾ ਹੇਠਾਂ ਵੱਲ ਜਾਂਦੀ ਹੈ। ਇਸ ਲਈ ਇਸ ਹਿੱਸੇ ਤੱਕ ਸਾਨੂੰ ਇੱਕ ਲਾਈਨ ਦੇਖਣੀ ਪਵੇਗੀ। ਇਸ ਲਈ ਉਸ ਹਿੱਸੇ ਤੱਕ ਅਸੀਂ ਇੱਕ ਲਾਈਨ ਵੇਖਾਂਗੇ ਅਤੇ ਇਹ ਹਿੱਸਾ ਪੂਰੀ ਤਰ੍ਹਾਂ ਹੇਠਾਂ ਛੋਹਣ ਤੱਕ ਜਾਂਦਾ ਹੈ। ਇਸ ਲਈ ਉਹ ਸਾਰਾ ਹਿੱਸਾ ਉੱਥੇ ਸਾਰੇ ਤਰੀਕੇ ਨਾਲ ਛੂਹ ਜਾਂਦਾ ਹੈ। ਇਸੇ ਤਰ੍ਹਾਂ ਇਹ ਹਿੱਸਾ ਉੱਥੇ ਸਾਰੇ ਪਾਸੇ ਜਾਂਦਾ ਹੈ। ਫਿਰ ਉੱਥੇ ਇੱਕ ਲੇਟਵੀਨ ਰੇਖਾ ਹੁੰਦੀ ਹੈ। ਇਹ ਹਿੱਸਾ ਉੱਥੇ ਸਾਰੇ ਰਸਤੇ ਜਾਂਦਾ ਹੈ ਅਤੇ ਛੂਹਦਾ ਹੈ ਕਿ ਜਿਓਮੈਟਰੀ ਦੇ ਆਧਾਰ ਤੇ ਅਸੀਂ ਇਸ ਨੂੰ ਕਿਸ ਸਹੀ ਮਾਪਾ ਦਾ ਨਿਰਮਾਣ ਕਰਾਂਗੇ। ਫਿਰ ਅਸੀਂ ਉਸ ਰੇਖਾ ਨੂੰ ਦੇਖਣ ਦੀ ਸਥਿਤੀ ਵਿੱਚ ਹੋਵਾਂਗੇ। ਇਸ ਪੂਰੇ ਅਰਧ ਚੱਕਰ ਨੂੰ ਇੱਕ ਸਮਤਲ ਵਿੱਚ ਇੱਕ ਲਾਈਨ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਲਈ ਇਹ ਪੂਰਾ ਹਿੱਸਾ ਇਹ ਪੂਰੀ ਤਰ੍ਹਾਂ ਇਸ ਨੂੰ ਇੱਕ ਸਿੱਧੀ ਰੇਖਾ ਵਾਂਗ ਦਿਖਾਈ ਦੇਵੇਗਾ। ਇਸ ਲਈ ਉਹ ਪੂਰੀ ਸਿੱਧੀ ਰੇਖਾ ਹੈ ਕਿ ਇਸੇ ਤਰ੍ਹਾਂ ਪੂਰੇ ਅਰਧ ਚੱਕਰ ਦੇ ਹੇਠਾਂ ਅਸੀਂ ਇਸ ਨੂੰ ਇਸ ਤਰ੍ਹਾਂ ਦੇ ਕਿਨਾਰੇ ਵਿੱਚ ਦੇਖਾਂਗੇ ਤਾਂ ਇਹ ਇਸ ਤਰ੍ਹਾਂ ਦੀ ਵਸਤੂ ਵਰਗਾ ਹੋਵੇ। ਇਸ ਲਈ ਇਹ ਕਿਨਾਰਾ ਇਸ ਕਿਨਾਰੇ ਨਾਲ ਮੇਲ ਖਾਂਦਾ ਹੈ ਅਤੇ ਇੱਕ ਮੋਰੀ ਗੋਲਾਕਾਰ ਮੋਰੀ ਹੈ। ਇਸ ਲਈ ਇੱਥੇ ਘੱਟੋ ਘੱਟ ਵੱਧ ਤੋਂ ਵੱਧ ਕਿਸਮ ਦੀਆਂ ਲਾਈਨਾਂ ਹੋਣਗੀਆਂ। ਇਸ ਤਰ੍ਹਾਂ ਡੈਸ਼ ਲਾਈਨਾਂ ਜਿੱਥੇ ਇਹ ਬੋਲਟ ਐਕਸਟੈਂਸ਼ਨ ਅਸੀਂ ਦੇਖਾਂਗੇ
ਅਤੇ ਇਹ ਇੱਕ ਗੋਲ ਮੋਰੀ ਹੈ, ਇਸ ਲਈ ਇੱਕ ਐਕਸਿਸ ਲਾਈਨ ਡੈਸ਼ ਡਾਟ ਲਾਈਨਾਂ ਇਸ ਤਰ੍ਹਾਂ ਦਿਖਾਈ ਦਿੰਦੀਆਂ ਹਨ। ਆਓ ਅਸੀਂ ਉੱਪਰਲੇ ਦ੍ਰਿਸ਼ ਨੂੰ ਵੇਖੀਏ। ਆਓ ਅਸੀਂ ਇਹ ਮੰਨ ਲਈਏ ਕਿ ਇਹ ਇੱਕ ਪਹਿਲਾ ਚਤੁਰਭੁਜ ਜਾਂ ਪਹਿਲਾ ਕੋਣ ਪ੍ਰੋਜੈਕਸ਼ਨ ਹੈ। ਜੇਕਰ ਅਸੀਂ ਉੱਪਰ ਤੋਂ ਦੇਖ ਰਹੇ ਹਾਂ ਤਾਂ ਇਹ ਇਸ ਸਾਹਮਣੇ ਵਾਲੇ ਦ੍ਰਿਸ਼ ਦੇ ਹੇਠਲੇ ਪਾਸੇ ਵੱਲ ਜਾਂਦਾ ਹੈ, ਤਾਂ ਇਹ ਸਾਹਮਣੇ ਵਾਲਾ ਦ੍ਰਿਸ਼ ਹੇਠਾਂ ਵੱਲ ਹੈ। ਸਾਨੂੰ ਚੋਟੀ ਦੇ ਦ੍ਰਿਸ਼ ਲਈ ਇਹ ਸਿਖਰ ਦ੍ਰਿਸ਼ ਖਿੱਚਣਾ ਚਾਹੀਦਾ ਹੈ ਕਿ ਉਹ ਕਿਹੜੀਆਂ ਚੀਜ਼ਾਂ ਹਨ ਜੋ ਅਸੀਂ ਦੇਖਾਂਗੇ ਕਿ ਇੱਕ ਗੁੰਮ ਹਿੱਸਾ ਹੈ। ਇਹ ਪੂਰੀ ਤਰ੍ਹਾਂ ਨਾਲ ਸੰਤਰੀ ਰੰਗ ਨਾਲ ਭਰਿਆ ਹੋਇਆ ਹੈ। ਆਓ ਇਸ ਨੂੰ ਉੱਪਰਲੇ ਦ੍ਰਿਸ਼ ਤੋਂ ਇਸ ਸੰਤਰੀ ਰੰਗ ਦੁਆਰਾ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਦੇਖੀਏ। ਅਸੀਂ ਇਸ ਲਾਈਨ ਨੂੰ ਵੇਖਾਂਗੇ। ਅਸੀਂ ਇਹ ਲਾਈਨ ਵੇਖਾਂਗੇ ਅਤੇ ਇਹ ਇੱਕ ਇਸੇ ਤਰ੍ਹਾਂ ਇਹ ਸਾਰੇ ਤਰੀਕੇ ਨਾਲ ਜਾਂਦੀ ਹੈ। ਉੱਥੇ ਇਹ ਸਾਰੇ ਰਸਤੇ ਉੱਥੇ ਆਉਂਦੀ ਹੈ ਤਾਂ ਕਿ ਉਹ ਲਾਈਨ ਅਤੇ ਉੱਥੇ ਇੱਕ ਹਰਾ ਪੈਚ ਹੋਵੇ। ਇਸ ਲਈ ਇਹ ਲਾਈਨ ਅਤੇ ਇਹ ਉੱਥੇ ਰੁਕ ਜਾਂਦੀ ਹੈ ਕਿਉਂਕਿ ਅਸੀਂ ਇਸ ਹਰੇ ਹਿੱਸੇ ਨੂੰ ਇੱਥੋਂ ਤੱਕ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਉੱਥੇ ਤੋਂ ਉੱਥੋਂ ਤੱਕ ਹਰਾ ਹਿੱਸਾ ਅਤੇ ਦੁਬਾਰਾ ਅਸੀਂ ਇਸ ਹਿੱਸੇ ਨੂੰ ਦੇਖਾਂਗੇ ਅਤੇ ਇਸ ਤਰ੍ਹਾਂ ਅਸੀਂ ਦੇਖਾਂਗੇ ਅਤੇ ਇਸ ਝੁਕਾਅ ਦੇ ਇਸ ਪੂਰੇ ਹਿੱਸੇ ਦਾ ਅਨੁਮਾਨਿਤ ਸੰਸਕਰਣ ਅਸੀਂ ਉੱਥੇ ਸਾਰੇ ਤਰੀਕੇ ਨਾਲ ਦੇਖਾਂਗੇ ਅਤੇ ਇਸ ਦੇ ਬਾਹਰ ਇੱਕ ਐਕਸਟੈਂਸ਼ਨ ਹੈ। ਇਸ ਲਈ ਜੇਕਰ ਅਸੀਂ ਕੁਝ ਇਸ ਤਰ੍ਹਾਂ ਖਿੱਚ ਰਹੇ ਹਾਂ ਕਿ ਇਹ ਲਾਈਨ ਇਹ ਐਕਸਟੈਂਸ਼ਨ ਲਾਈਨ ਹੈ, ਤਾਂ ਅਸੀਂ ਇਸ ਨੂੰ ਇੱਥੇ ਦੇਖਾਂਗੇ ਅਤੇ ਅਰਧ ਗੋਲਾਕਾਰ ਹਿੱਸਾ ਅਸੀਂ ਕੁਦਰਤੀ ਤੌਰ ਤੇ ਦੇਖਾਂਗੇ ਅਤੇ ਇਹ ਚੱਕਰ ਅਸੀਂ ਇਸ ਤਰੀਕੇ ਨਾਲ ਦੇਖਾਂਗੇ ਅਤੇ ਇਹ ਛੇਕ ਵੀ ਅਸੀਂ ਉਸ ਪ੍ਰੋਜੈਕਸ਼ਨ ਤੇ ਦੇਖਾਂਗੇ। ਇਸ ਲਈ ਜੋੜ ਚਿੰਨ੍ਹ ਵਾਲੇ ਛੇਕ ਜੋ ਇਹ ਦਰਸਾਉਂਦੇ ਹਨ ਕਿ ਕੇਂਦਰ ਦੁਬਾਰਾ ਛੇਕ ਹੈ ਅਤੇ ਇਹ ਸੰਕੇਤ ਹੈ ਕਿ ਅਸੀਂ ਇਸ ਨੂੰ ਦੇਖਦੇ ਹਾਂ ਅਤੇ ਜੇਕਰ ਅਸੀਂ ਇੱਥੇ ਕਾਫੀ ਧਿਆਨ ਰੱਖਦੇ ਹਾਂ ਤਾਂ ਕੇਂਦਰ ਰੇਖਾ ਅਤੇ ਕੇਂਦਰ ਰੇਖਾ ਮੇਲ ਖਾਂਦੀਆਂ ਹਨ ਅਤੇ ਇਹ ਡੈਸ਼ ਲਾਈਨਾਂ ਉਹ ਸਾਰੀ ਚੀਜ਼ ਹੈ ਅਤੇ ਇਸ ਸਾਰੀ ਸਥਿਤੀ ਦਾ ਮੇਲ ਹੋਣਾ ਚਾਹੀਦਾ ਹੈ ਅਤੇ ਇੱਥੇ ਜੋ ਵੀ ਇਸ ਸਾਰੀ ਚੀਜ਼ ਨਾਲ ਮੇਲ ਖਾਂਦਾ ਹੈ ਅਤੇ ਇਹ ਧੁਰੀ ਲਾਈਨ ਇਸ ਨਾਲ ਮੇਲ ਖਾਂਦਾ ਹੈ, ਤਾਂ ਫਿਰ ਇਹ ਪਲਸ ਸਿਖਰ ਦਾ ਦ੍ਰਿਸ਼ ਇਸ ਤਰ੍ਹਾਂ ਦਿਸਦਾ ਹੈ। ਸਾਡੇ ਸਾਈਡ ਦ੍ਰਿਸ਼ ਦਿਸ਼ਾ ਇਹ ਹੈ। ਪਹਿਲਾ ਕੋਣ ਪ੍ਰੋਜੈਕਸ਼ਨ ਇਸ ਲਈ ਇਹ ਸੱਜੇ ਪਾਸੇ ਆਉਂਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਇੱਥੇ ਆਉਣਾ ਹੈ। ਇਸ ਲਈ ਜਿਹੜੀਆਂ ਲਾਈਨਾਂ ਤੁਸੀਂ ਇਸ ਨੂੰ ਵਧਾਉਂਦੇ ਹੋ, ਉਹ ਇਹਨਾਂ ਲਾਈਨਾਂ ਦੇ ਵਿਚਕਾਰ ਹੋਣੀਆਂ ਚਾਹੀਦੀਆਂ ਹਨ। ਇਸ ਲਈ ਜੇਕਰ ਅਸੀਂ ਇਸ ਦ੍ਰਿਸ਼ਟੀਕੋਣ ਤੋਂ ਦੇਖ ਰਹੇ ਹਾਂ ਤਾਂ ਇਹ ਪੂਰੀ ਆਇਤਾਕਾਰ ਇਸ ਬੈਡ ਲਾਈਨ ਅਤੇ ਇਹ ਪਹਿਲਾਂ ਤੋਂ ਹੀ ਅਨੁਮਾਨਿਤ ਇੱਕ ਚੱਕਰ ਹੈ। ਇਸ ਲਈ ਅਸੀਂ ਉਸ ਤਰੀਕੇ ਨਾਲ ਵੇਖਾਂਗੇ ਅਤੇ ਇਹ ਪੂਰੀ ਸਰਕਲ ਲਾਈਨ ਉੱਥੇ ਪ੍ਰੋਜੈਕਟ ਕੀਤੀ ਗਈ ਹੈ। ਇਸ ਲਈ ਅਸੀਂ ਇਸ ਨੂੰ ਇੱਕ ਆਇਤਕਾਰ ਵਾਂਗ ਵੇਖਾਂਗੇ ਅਤੇ ਬਾਕੀ ਬਚੀਆਂ ਡੈਸ਼ ਡੋਟ ਲਾਈਨਾਂ ਇਸ ਗੋਲਾਕਾਰ ਪੋਜੀਸ਼ਨਾਂ ਨਾਲ ਮੇਲ ਖਾਂਦੀਆਂ ਹਨ। ਜਿਵੇਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਦੇਖਾਂਗੇ। ਬਸ ਸਾਵਧਾਨ ਰਹੋ, ਜਦੋਂ ਵੀ ਤੁਸੀਂ ਅਨੁਮਾਨ ਦਿਖਾ ਰਹੇ ਹੋ ਤਾਂ ਤੁਸੀਂ ਇਹਨਾਂ ਅਨੁਮਾਨਾਂ ਨੂੰ ਬੇਤਰਤੀਬੇ ਸਥਾਨਾਂ ਤੇ ਨਾ ਦਿਖਾਓ ਜੋ ਤੁਸੀਂ 3 ਬਕਸੇ ਬਣਾਉਂਦੇ ਹੋ। ਉਦਾਹਰਨ ਲਈ, ਸਭ ਤੋਂ ਪਹਿਲਾਂ ਕਿਸੇ ਨੂੰ ਇੱਕ ਨਿਸ਼ਚਿਤ ਅੰਤਰ ਦੇ ਨਾਲ ਹੇਠਾਂ ਇੱਕ ਫਰੰਟ ਵਿਊ ਬਣਾਉਣਾ ਪੈਂਦਾ ਹੈ, ਜਿਸ ਨੂੰ ਅਸੀਂ 4 ਮਿਲੀਮੀਟਰ ਤੋਂ ਲੈ ਕੇ 25 ਮਿਲੀਮੀਟਰ ਤੱਕ ਦੀ ਰੇਂਜ ਨੂੰ ਉੱਪਰਲੇ ਦ੍ਰਿਸ਼ ਦੇ ਸਾਹਮਣੇ ਦ੍ਰਿਸ਼ ਦੁਆਰਾ ਵੱਖ ਕਰਨ ਵਰਗਾ ਕੁਝ ਦੇਖਿਆ ਹੈ। ਅਤੇ ਦੁਬਾਰਾ ਇੱਕ ਲੰਬਕਾਰੀ ਬਾਕਸ ਹੈ ਜੋ ਸਾਈਡ ਵਿਊ ਲਈ ਦੂਜੇ ਪਾਸੇ ਆਉਂਦਾ ਹੈ ਅਤੇ ਇਹ ਪ੍ਰੋਜੈਕਸ਼ਨ ਲਾਈਨਾਂ ਮੇਲ ਖਾਂਦੀਆਂ ਹਨ। ਇਸੇ ਤਰ੍ਹਾਂ ਇਹ ਲਾਈਨਾਂ
ਅਜਿਹੀਆਂ ਚੀਜ਼ਾਂ ਹਨ ਜੋ ਸਾਨੂੰ ਦੇਖਣੀਆਂ ਚਾਹੀਦੀਆਂ ਹਨ। ਜਿਵੇਂ ਕਿ ਮੈਂ ਪਿਛਲੀ ਕਲਾਸ ਵਿੱਚ ਕਿਹਾ ਸੀ, ਜਦੋਂ ਤੁਸੀਂ ਉੱਪਰ ਤੋਂ ਦੇਖ ਰਹੇ ਹੋ, ਤਾਂ ਇਹ ਲਾਈਨਾਂ ਲੁਕੀਆਂ ਹੋਈਆਂ ਹਨ। ਸਮੱਗਰੀ ਨਹੀਂ ਹੈ। ਇਸ ਲਈ ਇਹ ਇੱਕ ਚੰਗਾ ਅਭਿਆਸ ਹੈ ਇਹ ਦਿਖਾਉਣ ਲਈ। ਉਸ ਸਮਤਲ ਤੇ ਤੁਹਾਡਾ ਬਹੁਤ ਧੰਨਵਾਦ।